ਜ਼ਮਾਨਤ ਲੈ ਗਏ ਨੇ। ਦੂਸਰਾ ਕਿ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਸੀ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ, ਜਿਹੜੀ ਪਿੰਡਾਂ ਦੀ ਸ਼ਾਮਲਾਟ ਹੈ, ਉਸ ਨੂੰ ਵੇਚਣ ਦਾ ਇੱਕ ਜੁਗਾੜ ਹੈ। ਇਸ ਸੰਬੰਧੀ ਵਜ਼ੀਰਾਬਾਦ ਤੋਂ ਵਿਰੋਧ ਸ਼ੁਰੂ ਹੋਇਆ, ਹੋਰ ਕਈ ਪਿੰਡਾਂ 'ਚ ਵਿਰੋਧ ਸ਼ੁਰੂ ਹੋਇਆ। ਪਿੰਡ ਵਜ਼ੀਰਾਬਾਦ ਗੋਬਿੰਦਗੜ੍ਹ ਸਰਹੰਦ ਦੇ ਦਰਮਿਆਨ GT ਰੋਡ 'ਤੇ ਪੈਂਦਾ, ਜਿਸ ਪਿੰਡ ਦੀ 160 ਏਕੜ ਪੰਚਾਇਤੀ ਜ਼ਮੀਨ ਹੈ, ਜਿਸ ਦੇ ਵਿੱਚੋਂ 130 ਏਕੜ ਜ਼ਮੀਨ ਨੂੰ ਹੈ ਜਿਹੜੀ ਸਰਕਾਰ ਅਕਵਾਇਰ ਕਰਕੇ ਇੱਕ ਦਵਾਈਆਂ ਵਾਲੀ ਫੈਕਟਰੀ ਨੂੰ ਦੇਣ ਦਾ ਮਸੌਦਾ ਬਣਾ ਚੁੱਕੀ ਹੈ। ਹਾਲਾਂਕਿ ਪਿੰਡ ਵਾਲਿਆਂ ਦੇ 3 ਸਾਈਨ ਜਾਲੀ ਕੀਤੇ ਗਏ ਨੇ ਮੈਂਬਰ ਪੰਚਾਇਤ ਦੇ। 1 ਕਰੋੜ ਰੁਪਏ ਦਾ ਸਰਕਾਰੀ ਰੇਟ ਹੈ, ਜਿਹੜੀ ਕਿ ਸਿਰਫ 11 ਲੱਖ ਨੂੰ ਦਿੱਤੀ ਜਾ ਰਹੀ ਹੈ। ਇਹ 'ਚੋਂ ਚੰਗੀ ਚੌਕੀ ਕਮਾਈ ਹੈ ਜਿਹੜੀ ਉਸ ਕੰਪਨੀ ਨੂੰ ਹੋਣੀ ਹੈ ਜਿਸ ਨੇ ਜ਼ਮੀਨ ਅਕਵਾਇਰ ਕਰਨੀ ਹੈ। ਸੋ ਇਸ ਦੌਰਾਨ ਸਰਕਾਰ ਭਾਵੇਂ ਅਕਾਲੀਆਂ ਦੀ ਹੈ ਅਤੇ ਭਾਵੇਂ ਟਕਸਾਲੀਆਂ ਦੀ ਹੈ ਅਤੇ ਭਾਵੇਂ ਕਾਂਗਰਸੀਆਂ ਦੀ ਹੈ, ਇਹਨਾਂ ਨੇ ਟਾਹਲੀਆਂ ਦੀ ਤਾਂ ਖੈਰ ਛੱਡਣੀ ਕੋਈ ਨਹੀਂ। ਨਹਿਰੀ ਟਾਹਲੀਆਂ ਨੂੰ ਬਹੁਤ ਵੱਡ ਪੈਂਦੇ ਨੇ ਹਨਾ, ਕਿਉਂਕਿ ਸਾਰਿਆਂ ਦਾ ਧਿਆਨ ਉਸ ਵੱਲ ਹੈ ਕਿ ਹੁਣ ਮੋਦੀ ਸਾਹਿਬ ਦੇ ਮੂੰਹ 'ਚੋਂ ਇਹ ਅਲਫਾਜ਼ ਨਿਕਲੇ ਹੈ ਕਿ ਭਾਈ ਔਰ ਬਹਿਨੋ ਲਾਕਡਾਊਨ ਹੈ ਜਿਹੜਾ ਔਰ बढ़ाया ਜਾਏਗਾ। ਸੋ ਮੋਦੀ ਤਾਂ ਲੱਗਦਾ ਅਲੀਗੜ੍ਹ ਵਾਲਾ ਤਾਲਾ ਲਾ ਕੇ ਹਟਣਗੇ। ਸਭ ਤੋਂ ਇੰਪੋਰਟੈਂਟ ਗੱਲ ਇੱਥੇ ਇੱਕ ਬਹੁਤ ਵੱਡਾ ਫਰਕ ਪੈ ਗਿਆ ਹੈ। ਅੱਜ ਤੁਸੀਂ ਦੇਖੋ ਹਰ ਮੀਡੀਆ ਚੈਨਲ 'ਤੇ, ਹੁਣ ਤੁਸੀਂ ਆਪਣੀ ਚੈਨਲ ਲੈ ਲਓ, ਤੁਹਾਨੂੰ ਵੀ ਵਿਊਅਰਸ ਨੇ ਕਿਤੇ ਫੀਡਬੈਕ ਦਿੱਤਾ ਹੋਣਾ, ਸਾਰਿਆਂ ਦੀਆਂ ਅਰਦਾਸਾਂ ਆ ਰਹੀਆਂ ਕਿ ਸਾਫ਼ ਹੋਣਾ ਚਾਹੀਦਾ ਟੱਬਰ ਨਾਲ। ਵੇਖੋ ਉਮੀਦ ਨਹੀਂ ਸੀ, ਪਰ ਰੱਬ ਦੇ ਵਿੱਚ ਸਾਡੀ ਉਮੀਦ ਅਜੇ ਵੀ ਕਾਇਮ ਹੈ। ਅਸੀਂ 29 ਸਾਲਾਂ ਤੋਂ ਇਹ ਟੱਬਰ ਲੜਦਾ ਆਇਆ ਹੈ, ਜੇ ਤੁਸੀਂ ਮੁਲਤਾਨੀ ਫੈਮਿਲੀ ਦੇਖੋ ਜਾਂ ਬਾਕੀ ਜੀ, ਅਜੇ ਵੀ ਸਾਨੂੰ ਲੜਨਾ ਸਾਨੂੰ ਅਜੇ ਵੀ ਪੈਣਾ ਹੈ। ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਔਰ ਅਸੀਂ ਉਸ ਲਈ ਤਿਆਰ ਵੀ ਹੈਗੇ ਹਾਂ। ਹੁਣ ਇਹਨੂੰ ਤਾਂ ਸਿਰਫ ਐਂਟੀਸਪੇਟਰੀ ਬੇਲ ਅਲਾਓ ਹੋਈ ਹੈ ਨਾ, ਕੇਸ ਦੀ ਤਫਤੀਸ਼ ਤਾਂ ਨਹੀਂ ਰੁਕੀ। ਰੱਬ ਦੇ ਘਰ ਦੇ ਰਹੇ ਨੇ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਮਿਲੂਗਾ। ਤਫਤੀਸ਼ ਦੇ ਵਿੱਚ ਸੈਣੀ ਦੇ ਜੁਰਮ ਸਾਹਮਣੇ ਆਉਣਗੇ, ਜਿਹੜੇ ਹੋਰ ਲੋਕਾਂ ਦੇ ਨਾਲ ਇਹਨੇ ਧੱਕੇਸ਼ਾਹੀ ਕੀਤੀ ਹੈ ਉਹ ਬਾਹਰ ਆਊਗੀ, ਜਿਹੜੇ ਜ਼ੁਲਮ ਢਾਏ ਹੈ ਉਹ ਲੋਕੀ ਅੱਗੇ ਆਉਣਗੇ। ਇਹ ਬਿਲਕੁਲ ਭਾਈ ਜਿਹੜੀ ਇੱਥੋਂ ਦੇ ਹੈਗੇ ਆ ਨਾ ਜੀ ਹਾਕਮ ਅੱਜ ਦੇ ਮੌਜੂਦਾ ਜੀ, ਇਹ ਤੇ ਸਰਕਾਰ ਦੇ ਜਿਹੜੇ ਵਿੱਚ ਬੈਠੇ ਬੰਦੇ ਆ ਉਹ ਰਲ ਕੇ ਘਪਲਾ ਕਰ ਰਹੇ ਆ। ਤੇ ਨਰੇਗਾ ਵਾਲੀ ਜਿਹੜੀ ਹੈਗੀ ਆ ਲੇਬਰ, ਉਹਦੇ ਦਸਤਖਤ ਕਰਾ ਕੇ ਉਹਨਾਂ ਨੂੰ ਮੰਨ ਲਿਆ ਸੀ, ਉਹਨਾਂ ਨੂੰ ਕਹਿਤਾ ਤੁਹਾਡੇ ਪੈਸੇ ਕਢਾਉਣੇ ਆ ਤੇ ਉਹਨੂੰ ਮਤਾ ਬਣਾ ਲਿਆ। ਨਹੀਂ ਦੇਖੋ ਜੀ, ਜੋ ਵੀ ਦੇਖੋ ਗੱਲ ਸਮਝੋ, ਜਿਹੜੀ ਸੱਚ ਦੀ ਆਵਾਜ਼ ਆ ਉਹਦੀ ਸਪੋਰਟ ਕਰਨ ਵਾਸਤੇ ਅਸੀਂ ਜੋ ਕੁਛ ਵੀ ਸਾਨੂੰ ਕਰਨਾ ਪਿਆ ਉਹੀ ਕੁਛ ਕਰਾਂਗੇ। ਨਾ ਪਰਚੇ ਦਾ ਕੋਈ ਫਰਕ ਆ, ਨਾ ਕਿਸੇ ਹੋਰ ਗੱਲ ਦਾ। ਪਰਚੇ ਕਿਹੜਾ ਪਹਿਲੀ ਵਾਰ ਹੋਣੇ ਨੇ। ਸਤਿਕਾਰਤ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਰਾਤੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਫੇਸਬੁੱਕ ਪੇਜ 'ਤੇ ਲਾਈਵ ਵੇਖਦੇ ਹੋ ਅਤੇ ਇਸ ਦਾ ਰਿਪੀਟ ਵੀ YouTube 'ਤੇ ਚੈਨਲ ਪੰਜਾਬੀ ਪੇਜ 'ਤੇ ਤੁਹਾਨੂੰ ਮਿਲੇਗਾ। ਚੈਨਲ ਪੰਜਾਬੀ ਨੂੰ ਪੂਰੇ ਕੈਨੇਡਾ ਦੇ ਵਿੱਚ ਤੁਸੀਂ ਕੇਬਲ ਨੈਟਵਰਕ ਰੋਜ਼ਰ ਬੈਲ ਸ਼ਾਹ ਅਤੇ ਟੈਲਸ ਦੇ ਰਾਹੀਂ ਵੇਖ ਸਕਦੇ ਹੋ। ਅਤੇ ਇਸ ਦੇ ਨਾਲ ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਤੁਸੀਂ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਣ ਦੇ ਵਾਸਤੇ ਇਹਨਾਂ ਕੇਬਲ ਨੈਟਵਰਕ ਦੀ ਸਹਾਇਤਾ ਲੈਣੀ ਹੈ। ਜੇ ਇਸ ਤੋਂ ਬਿਨਾਂ ਤੁਸੀਂ ਵੇਖਣਾ ਤਾਂ ਤੁਸੀਂ ਗਲੋਬਲ ਪੰਜਾਬ ਦੇ ਜਿਹੜੇ ਐਪਸ ਨੇ, ਜਿਹੜੇ ਤੁਹਾਨੂੰ ਐਮਾਜ਼ੋਨ ਫਾਇਰ ਅਤੇ ਐਪਲ TV, IPTV, ਰੋਕੋ, ਐਂਡਰਾਇਡ, iOS 'ਤੇ ਮਿਲਣਗੇ, ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸੇ ਤਰ੍ਹਾਂ ਸਵੇਰ ਦੇ ਵਕਤ ਵੀ ਭਾਰਤੀ ਸਮਾਂ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਜਿਹੜਾ ਮਾਰਨਿੰਗ ਪ੍ਰੋਗਰਾਮ ਹੁੰਦਾ ਹੈ ਉਸ ਦਾ ਨਾਂ ਹੈ ਹੈਲੋ ਗਲੋਬਲ ਪੰਜਾਬ। ਉਸ ਦੇ ਵਿੱਚ ਅਤੇ ਸ਼ਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਗੱਲਬਾਤ ਕਰਨੀ ਹੈ ਤਾਂ ਉਸ ਦੇ ਵਾਸਤੇ ਫ਼ੋਨ ਨੰਬਰ 0175 5156 'ਤੇ ਆਪ ਜੀ ਕਾਲ ਕਰ ਸਕਦੇ ਹੋ। ਅਤੇ ਇੰਟਰਨੈਸ਼ਨਲ ਕਾਲ ਨੰਬਰ ਹੈ 201 301 2785। ਅਤੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਸੁਮੇਧ ਸਿੰਘ ਸੈਣੀ ਦੇ ਕੇਸ ਦਾ ਕੀ ਹਸ਼ਰ ਹੋਵੇਗਾ, ਕੀ ਇਹ ਕੇਸ ਵੀ ਹੋਰ ਕੇਸਾਂ ਦੀ ਤਰ੍ਹਾਂ ਸਮਾਪਤੀ ਵੱਲ ਨੂੰ ਜਾਵੇਗਾ ਜਿਸ ਤਰ੍ਹਾਂ ਪਹਿਲੇ ਝਟਕੇ ਸੁਮੇਧ ਸਿੰਘ ਸੈਣੀ ਜ਼ਮਾਨਤ ਲੈ ਗਏ ਨੇ। ਦੂਸਰਾ ਕਿ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਸੀ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ, ਜਿਹੜੀ ਪਿੰਡਾਂ ਦੀ ਸ਼ਾਮਲਾਟ ਹੈ, ਉਸ ਨੂੰ ਵੇਚਣ ਦਾ ਇੱਕ ਜੁਗਾੜ। ਇਸ ਸੰਬੰਧੀ ਵਜ਼ੀਰਾਬਾਦ ਤੋਂ ਵਿਰੋਧ ਸ਼ੁਰੂ ਹੋਇਆ, ਹੋਰ ਕਈ ਪਿੰਡਾਂ 'ਚ ਵਿਰੋਧ ਸ਼ੁਰੂ ਹੋਇਆ। ਪਿੰਡ ਵਜ਼ੀਰਾਬਾਦ ਗੋਬਿੰਦਗੜ੍ਹ ਸਰਹੰਦ ਦੇ ਦਰਮਿਆਨ GT ਰੋਡ 'ਤੇ ਪੈਂਦਾ, ਜਿਸ ਪਿੰਡ ਦੀ 160 ਏਕੜ ਪੰਚਾਇਤੀ ਜ਼ਮੀਨ ਹੈ, ਜਿਸ ਦੇ ਵਿੱਚੋਂ 130 ਏਕੜ ਜ਼ਮੀਨ ਨੂੰ ਹੈ ਜਿਹੜੀ ਸਰਕਾਰ ਅਕਵਾਇਰ ਕਰਕੇ ਇੱਕ ਦਵਾਈਆਂ ਵਾਲੀ ਫੈਕਟਰੀ ਨੂੰ ਦੇਣ ਦਾ ਮਸੌਦਾ ਬਣਾ ਚੁੱਕੀ ਹੈ।
ਹਾਲਾਂਕਿ ਪਿੰਡ ਵਾਲਿਆਂ ਦੇ 3 ਸਾਈਨ ਜਾਲੀ ਕੀਤੇ ਗਏ ਨੇ ਮੈਂਬਰ ਪੰਚਾਇਤ ਦੇ। 1 ਕਰੋੜ ਰੁਪਏ ਦਾ ਸਰਕਾਰੀ ਰੇਟ ਹੈ ਜਿਹੜੀ ਕਿ ਸਿਰਫ 11 ਲੱਖ ਨੂੰ ਦਿੱਤੀ ਜਾ ਰਹੀ ਹੈ। ਇਹ 'ਚੋਂ ਚੰਗੀ ਚੋਖੀ ਕਮਾਈ ਹੈ ਜਿਹੜੀ ਉਸ ਕੰਪਨੀ ਨੂੰ ਹੋਣੀ ਹੈ ਜਿਸ ਨੇ ਜ਼ਮੀਨ ਅਕਵਾਇਰ ਕਰਨੀ ਹੈ। ਪਹਿਲਾਂ ਵੀ ਕਿੰਨੀ ਜਗ੍ਹਾ ਪਈ ਹੈ, ਫੋਕਲ ਪੁਆਇੰਟਾਂ ਦੀ ਜਗ੍ਹਾ ਪੰਜਾਬ 'ਚ ਪਈ ਹੈ। ਇਸ ਜ਼ਮੀਨ ਦੇ ਨੇੜੇ ਖਰੇ ਪਿੰਡ ਫਿਰੋਜ਼ਪੁਰ ਜਾਂ ਹੋਰ ਅਜਨਾਲੀ ਪਿੰਡ ਦੇ ਵਿੱਚ ਫੋਕਲ ਪੁਆਇੰਟ ਦੀ ਜ਼ਮੀਨ ਫਾਲਤੂ ਪਈ ਹੈ। ਉਸ 'ਤੇ ਉੱਲੂ ਬੋਲਦੇ ਨੇ। ਉਸ ਜ਼ਮੀਨ ਦਾ ਕੁਛ ਨਹੀਂ ਕੀਤਾ ਜਾ ਰਿਹਾ। ਇੱਕ ਜ਼ਮੀਨ ਜਿਹੜੀ ਆਬਾਦ ਹੈ ਜਿਸ 'ਤੇ ਖੇਤੀ ਹੋ ਰਹੀ ਹੈ, ਪੰਚਾਇਤ ਨੂੰ ਆਮਦਨ ਆ ਰਹੀ ਹੈ, ਉਹ ਜ਼ਮੀਨ ਹੈ ਜਿਹੜੀ ਵੇਚੀ ਜਾ ਰਹੀ ਹੈ। ਇਸ ਸੰਬੰਧੀ ਹਲਕੇ ਦੇ MLA ਕੁਲਜੀਤ ਸਿੰਘ ਨਾਗਰਾ 'ਤੇ ਵੀ ਪਿੰਡ ਵਾਸੀ ਸਵਾਲ ਖੜੇ ਕਰ ਰਹੇ ਨੇ ਕਿ ਮਿਲੀ ਭੁਗਤ ਦੇ ਨਾਲ ਉਹਨਾਂ ਦੀ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਕਦੇ ਸਾਡੀਆਂ ਭੈਣਾਂ ਬੋਲੀਆਂ ਪਾਉਂਦੀਆਂ ਸੀ ਕਿਉਂਕਿ ਫੋਕਲੋਰ ਬਹੁਤ ਸਾਰੀ ਸਿੱਖਿਆ ਦਿੰਦਾ ਕਿ ਵੀਰਾ ਨਾ ਵੱਢਵੇ ਸ਼ਾਮ ਲਾਟ ਦੀ ਟਾਹਲੀ। ਮਤਲਬ ਕੋਈ ਸਿਰ ਫਿਰਿਆ ਵੀਰਾ ਜਿਹੜਾ ਸ਼ਾਮ ਲਾਟ ਦੀ ਟਾਹਲੀ, ਕਿਉਂਕਿ ਟਾਹਲੀ ਪੰਜਾਬ ਦਾ ਰਾਜ ਰੁੱਖ ਹੈ ਜਿਹੜਾ ਪੰਜਾਬ 'ਚੋਂ ਲੋਪ ਹੋ ਗਿਆ। ਸਟੇਟ ਟਰੀ ਹੈ, ਜਿਸ ਤਰ੍ਹਾਂ ਬਾਜ ਸਟੇਟ ਬਰਡ ਹੈ। ਪਹਿਲਾਂ ਸਾਡਾ ਸਟੇਟ ਬਰਡ ਚੱਕੀ ਰਾਹਾ ਸੀ, ਪਰ ਮੇਲੇ 'ਚ ਚੱਕੀ ਰਾਹੇ ਦੀ ਕੌਣ ਸੁਣਦਾ? ਉਹ ਕਿਸਾਨ ਦਾ ਫਰੈਂਡਲੀ ਸੀ ਚੱਕੀ ਰਾਹਾ। ਜਿਹੜੇ ਖਤਰਨਾਕ ਕੀੜੇ ਆ ਧਰਤੀ 'ਚੋਂ ਪੁੱਟ ਕੇ ਉਹ ਖਾਂਦਾ ਸੀਗਾ, ਜੋ ਫਸਲਾਂ ਨੂੰ ਜੜ੍ਹਾਂ ਨੂੰ ਨੁਕਸਾਨ ਕਰਦੇ ਸੀਗੇ। ਉਹ ਚੱਕੀ ਰਾਹਾ ਸਟੇਟ ਬਰਡ ਸੀ। ਉਸ ਤੋਂ ਬਾਅਦ ਧਾਰਮਿਕ ਫੰਡਾ ਖੇਡਿਆ ਗਿਆ ਕਿ ਬਾਜਾਂ ਵਾਲੇ ਗੁਰੂ ਸਾਹਿਬ ਦੇ ਨਾਂ 'ਤੇ ਸੰਬੰਧਿਤ ਬਾਜ ਹੈ ਜਿਹੜਾ ਉਸਨੂੰ ਸਟੇਟ ਬਰਡ ਬਣਾਇਆ ਜਾਵੇ। ਕਰੋੜਾਂ ਰੁਪਏ ਬਾਜ ਦੀ ਪੈਦਾਇਸ਼ 'ਤੇ ਲਾਏ ਗਏ, ਛੱਤਬੀੜ ਚਿੜੀਆਘਰ 'ਚ ਲੱਖਾਂ ਰੁਪਏ, ਪਰ ਬਾਜ ਪੰਜਾਬ 'ਚ ਪੈਦਾ ਨਹੀਂ ਹੋਇਆ। ਪੰਜਾਬ 'ਚੋਂ ਲੋਪ ਹੋ ਗਿਆ ਕਿਉਂਕਿ ਕਈ ਕਾਰਨ ਹੁੰਦੇ ਨੇ, ਤਬਦੀਲੀਆਂ ਹੁੰਦੀਆਂ ਨੇ। ਖੈਰ, ਸੋ ਇਹ ਜਿਹੜਾ ਮਤਲਬ ਚੱਕੀ ਰਾਹ ਸੀ, ਜਿਵੇਂ ਮੇਲੇ 'ਚ ਚੱਕੀ ਰਾਹੇ ਦੀ ਕੌਣ ਸੁਣਦਾ ਹੈ, ਉਹੀ ਹਾਲਾਤ ਹੈ ਕਿ ਮਾਤੜਾਂ ਦੀ ਵਜ਼ਾਰਤ 'ਚ ਕੌਣ ਸੁਣਦਾ। ਇਸੇ ਤਰ੍ਹਾਂ ਵਜ਼ੀਰਾਬਾਦ ਪਿੰਡ ਦੀ ਇਹ ਕਹਾਣੀ ਹੈ। ਸੋ ਵੀਰਾ ਨਾ ਵੱਢਵੇ ਸ਼ਾਮ ਲਾਟ ਦੀ ਟਾਹਲੀ, ਪਰ ਵੀਰਾਂ ਨੇ ਸ਼ਾਮ ਲਾਟ ਦੀਆਂ ਟਾਹਲੀਆਂ ਤਾਂ ਕੀ, ਕਿਉਂਕਿ ਸਟੇਟ ਟਰੀ ਵੀ ਪੰਜਾਬ ਦੇ ਵਿੱਚੋਂ ਘਟ ਗਿਆ, ਜਿਵੇਂ ਸਟੇਟ ਬਰਡ ਘਟ ਗਏ ਨੇ। ਇਸੇ ਤਰ੍ਹਾਂ ਸਟੇਟ ਜਿਹੜਾ ਰਾਜ ਰੁੱਖ ਹੈ ਉਹ ਵੀ ਪੰਜਾਬ 'ਚੋਂ ਘਟ ਗਿਆ ਅਤੇ ਇਸ ਦੌਰਾਨ ਸ਼ਾਮ ਲਾਟ ਜ਼ਮੀਨਾਂ ਵੀ ਖਾਣ ਦਾ ਸਿਲਸਿਲਾ ਹੈ। ਜਿੱਥੋਂ ਤੱਕ ਰਾਜ ਰੁੱਖਾਂ ਦੀ ਗੱਲ ਹੈ, ਮੈਨੂੰ ਉਹ ਬੋਲੀ ਚੇਤੇ ਆਉਂਦੀ ਹੈ ਕਿ ਅੰਬ ਕੋਲ ਇਮਲੀ ਅਤੇ ਜੰਡ ਕੋਲ ਟਾਹਲੀ, ਅੰਬ ਕੋਲ ਇਮਲੀ ਅਤੇ ਜੰਡ ਕੋਲ ਟਾਹਲੀ, ਅਕਲ ਬਿਨਾ ਗੋਰਾ ਰੰਗ ਜਾਏ ਖਾਲੀ। ਭਾਵੇਂ ਸਾਡੇ ਗੋਰੇ ਰੰਗ ਵਾਲੇ ਸਿਆਸਤਦਾਨ ਨੇ, ਪਰ ਅਕਲੋਂ ਖਾਲੀ ਨੇ। ਜਿਸ ਤਰ੍ਹਾਂ ਅੰਬ ਕੋਲ ਇਮਲੀ ਅਤੇ ਜੰਡ ਕੋਲ ਟਾਹਲੀ। ਜੰਡ ਹੈ ਜਿਹੜਾ ਉਹ ਸਾਡੇ ਗੁਆਂਢੀ ਸੂਬੇ ਹਰਿਆਣਾ ਦਾ ਸਟੇਟ ਟਰੀ ਹੈ ਅਤੇ ਟਾਹਲੀ ਸਾਡਾ ਸਟੇਟ ਟਰੀ ਹੈ, ਪਰ ਜੰਡ ਅਜੇ ਹਰਿਆਣੇ 'ਚ ਹੈਗੇ ਨੇ। ਪਰ ਅਸੀਂ ਟਾਹਲੀਆਂ ਵੀ ਖਤਮ ਕਰ ਲਈਆਂ ਨੇ ਅਤੇ ਹੋਰ ਬਹੁਤ ਕੁਛ ਖਤਮ ਕਰ ਲਿਆ। ਸੋ ਇਸ ਦੌਰਾਨ ਸਰਕਾਰ ਭਾਵੇਂ ਅਕਾਲੀਆਂ ਦੀ ਹੈ ਅਤੇ ਭਾਵੇਂ ਟਕਸਾਲੀਆਂ ਦੀ ਹੈ ਅਤੇ ਭਾਵੇਂ ਕਾਂਗਰਸੀਆਂ ਦੀ ਹੈ, ਇਹਨਾਂ ਨੇ ਟਾਹਲੀਆਂ ਦੀ ਤਾਂ ਖੈਰ ਛੱਡਣੀ ਕੋਈ ਨਹੀਂ। ਨਹਿਰੀ ਟਾਹਲੀਆਂ ਨੂੰ ਬਹੁਤ ਵੱਢ ਪੈਂਦੇ ਨੇ ਇਹ, ਹੈ ਨਾ। ਇਸ ਦੌਰਾਨ ਸ਼ਾਮ ਲਾਟ ਦੇ ਉੱਤੇ ਇਹ ਜਿਹੜਾ ਡਾਕਾ ਵਜ਼ੀਰਾਬਾਦ ਪਿੰਡ 'ਚ ਪਿਆ, ਆਪਾਂ ਇਸ ਦੇ ਬਾਰੇ ਹੋਰ ਮਾਹਰ ਮਹਿਮਾਨਾਂ ਨਾਲ ਵੀ ਜੁੜਨਾ ਹੈ ਅਤੇ ਤੁਹਾਡੇ ਕਮੈਂਟ ਵੀ ਮੈਂ ਸਾਂਝੇ ਕਰਾਂਗਾ। ਹੈਪੀ ਮੰਗੜ ਬਾਈ ਜੀ ਜੁੜੇ ਨੇ, ਘੱਗਾ ਅਮਰਜੀਤ ਸਿੰਘ IRS ਅਧਿਕਾਰੀ ਨੇ, ਸਾਬਕਾ ਕਮਿਸ਼ਨਰ ਨੇ, ਉਹ ਜੁੜੇ ਨੇ, ਅਤੇ ਵਿਕਾਸ ਗਿੱਲ ਸਾਹਿਬ ਜੁੜੇ ਨੇ। ਕਹਿੰਦੇ ਚਰਨਜੀਤ ਭੁੱਲਰ ਦਾ ਲੇਖ ਸੱਚਮੁੱਚ ਅੱਜ ਦੀ ਹਕੀਕਤ ਹੈ। ਬਿਲਕੁਲ, ਭੁੱਲਰ ਸਾਹਿਬ ਬਹੁਤ ਸੋਹਣਾ ਲਿਖਦੇ ਨੇ, ਸਾਡੇ ਤੇ ਕਲਾਸ ਫੈਲੋ ਰਹੇ ਨੇ, ਇਕੱਠੇ ਪੜ੍ਹੇ ਹਾਂ। ਕੱਚ 'ਤੇ ਨੱਚਿਆ ਸੀ ਉਹ ਵੀ ਉਸ ਵਕਤ, ਅਤੇ ਅੱਜ ਵੀ ਕੱਚ 'ਤੇ ਉਹ ਨੱਚ ਰਹੇ ਨੇ। ਸੋ ਇਸ ਦੌਰਾਨ ਜਿਹੜੇ ਕਾਲਰ ਨੇ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਇਸ ਵਕਤ ਜਿਹੜਾ ਲਾਈਵ ਚੱਲ ਰਿਹਾ, ਸਿਆਸਤਦਾਨ ਮੋਦੀ ਸਾਹਿਬ ਦੀ ਗੱਲ ਸੁਣਨਾ ਚਾਹੁੰਦੇ ਨੇ ਕਿ ਮੋਦੀ ਸਾਹਿਬ ਕੀ ਵਿਖਿਆਨ ਕਰ ਰਹੇ ਨੇ, ਕਿਉਂਕਿ ਸਾਰਿਆਂ ਦਾ ਧਿਆਨ ਉਸ ਵੱਲ ਹੈ ਕਿ ਹੁਣ ਮੋਦੀ ਸਾਹਿਬ ਦੇ ਮੂੰਹ 'ਚੋਂ ਇਹ ਅਲਫਾਜ਼ ਨਿਕਲੇ ਹੈ ਕਿ ਭਾਈਓ ਔਰ ਬਹਿਨੋ, ਲਾਕਡਾਊਨ ਹੈ ਜਿਹੜਾ ਔਰ बढ़ाया ਜਾਏਗਾ। ਸੋ ਮੋਦੀ ਤਾਂ ਲੱਗਦਾ ਅਲੀਗੜ੍ਹ ਵਾਲਾ ਤਾਲਾ ਲਾ ਕੇ ਹਟਣਗੇ। ਵੈਸੇ ਤਾਲੇ ਰੋਪੜ ਦੇ ਵੀ ਬਹੁਤ ਮਸ਼ਹੂਰ ਨੇ, ਹੈ ਨਾ। ਅਤੇ ਇਸ ਦੌਰਾਨ ਇਹ ਜਿਹੜਾ ਤਾਲਾ ਮੋਦੀ ਸਾਹਿਬ ਲਾਉਣ ਜਾ ਰਹੇ ਨੇ, ਲਾਕਡਾਊਨ, ਇਹ ਅਲੀਗੜ੍ਹ ਵਾਲਿਆਂ ਨੂੰ ਤਾਂ ਵੈਸੇ ਲਾਉਂਦੇ ਹੀ ਲਾਉਂਦੇ ਨੇ, ਅਤੇ ਕਿਤੇ ਨਾ ਕਿਤੇ ਆਪਣੀਆਂ ਕਮਜ਼ੋਰੀਆਂ ਵੀ ਇਸ ਤਾਲੇ ਦੇ ਥੱਲੇ ਝੁਕ ਜਾਂਦੀਆਂ ਨੇ। ਅੱਲਾਹ ਤਾਲਾ ਮਿਹਰ ਕਰੇ ਜੀ ਇਹਨਾਂ ਤਾਲੇ ਵਾਲਿਆਂ 'ਤੇ। ਅਤੇ ਇੰਦਰਜੀਤ ਸਿੰਘ ਉਮਰਪੁਰੀ ਲਿਖਦੇ, ਕਹਿੰਦੇ ਹਰ ਪਾਰਟੀ ਨੇ ਪਿੰਡਾਂ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ। ਅਫਸਰਸ਼ਾਹੀ ਅਤੇ ਰਾਜਨੇਤਾਵਾਂ ਦਾ ਜਿਹੜਾ ਗੱਠਜੋੜ ਹੈ ਮੌਜਾਂ ਕਰ ਰਿਹਾ, ਬਾਕੀ ਸਟੇਟ ਲਈ ਕੰਮ ਕਰਨ ਵਾਲੇ ਅਫਸਰਾਂ ਨੂੰ ਕੁਝ ਨਹੀਂ ਹੋਣਾ ਅਤੇ ਪੀੜਤਾਂ ਨੂੰ ਇਨਸਾਫ ਮਿਲਣਾ ਦੂਰ ਦੀ ਗੱਲ ਹੈ। ਬਿਲਕੁਲ। ਹਰਜੀਤ ਸਿੰਘ ਸੋਮਲ ਬਾਈ ਜੀ ਆਸਟ੍ਰੇਲੀਆ ਤੋਂ ਜੁੜੇ ਨੇ। ਕੈਪਟਨ ਇਜ਼ ਆਲਸੋ ਪਾਰਟਨਰ ਵਿਦ BJP। ਬਿਲਕੁਲ, BJP ਨਾਲ ਵੀ ਚੰਗੀਆਂ ਸਾਂਝਾਂ ਹੈ ਨੇ ਕਪਤਾਨ ਸਾਹਿਬ ਦੀਆਂ, ਕਿਉਂਕਿ ਇਹਨਾਂ ਦੇ ਮਾਤਾ ਮਹਿੰਦਰ ਕੌਰ ਮਰਹੂਮ ਜਨ ਸੰਘ ਦੀ ਟਿਕਟ 'ਤੇ ਕਦੇ ਚੋਣ ਲੜੇ ਸੀਗੇ। ਸੋ ਜਨ ਸੰਘ ਉਦੋਂ RSS ਦਾ ਰੂਪ ਸੀਗਾ, ਭਾਰਤੀ ਜਨਤਾ ਪਾਰਟੀ ਦੀ ਮਾਂ ਸੀ ਜਨ ਸੰਘ।
ਤੇ ਕਿਉਂਕਿ ਸਟੇਟ ਦੀ ਜਿਹੜੀਆਂ ਸਾਂਝਾਂ ਤਕਰੀਬਨ ਰਹਿੰਦੀਆਂ ਨੇ ਇਸ ਤਰ੍ਹਾਂ ਦੀਆਂ ਪੋਲੀਟੀਕਲ ਪਾਰਟੀਆਂ ਨਾਲ। ਮਹਿੰਦਰ ਸਿੰਘ ਸਰਾਂ ਸਾਹਿਬ ਜੁੜੇ ਨੇ ਵਿਨੀਪੈਗ ਤੋਂ, ਧੰਨਵਾਦ ਕੈਨੇਡਾ ਤੋਂ। ਸ਼ਰਨਜੀਤ ਸਿੰਘ ਕਹਿੰਦੇ ਜੇ ਸੈਣੀ ਦੇ ਖਿਲਾਫ ਕੋਰਟ 'ਚ ਚਲਾਨ ਪੁਲਿਸ ਨੇ ਪੇਸ਼ ਕਰ ਦਿੱਤਾ ਤਾਂ ਫਿਰ ਸੈਣੀ ਦਾ ਕੁਇਟ ਹੋਣਾ ਮੁਸ਼ਕਿਲ ਹੋ। ਦੇयर इज़ सफिशिएंट डॉक्यूमेंट्री एविडेंस फॉर कन्विक्शन। ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੋ ਰਵਾਨਾ ਸਾਹਿਬ, ਤੁਹਾਨੂੰ ਤੇ ਬਾਈ ਗਲੋਬਲ ਟੀਵੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਪ੍ਰਗਟ ਸਿੰਘ ਬਲ ਜੀ, ਕੀ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹੋ? ਬਲ ਸਾਹਿਬ, ਮੁਲਕ ਮੇਰੇ 'ਚ ਕੀ ਕੁਛ ਹੋ ਰਿਹਾ ਵੇਖ ਲਓ। ਗੱਲ ਇਹ ਟੋਣਾ ਸਾਹਿਬ, ਪਹਿਲਾਂ ਤੇ ਤੁਹਾਡੀ ਪ੍ਰਸ਼ੰਸਾ ਕਰਦੀ ਬਣਦੀ ਹੈ ਵੀ ਤੁਸੀਂ ਪਟਿਆਲੇ ਮਿਹਰਬਾਨੀ। ਸੂਟ ਪਾ ਕੇ ਬਹਿਣ ਲੱਗ ਪਏ ਜੇ, ਮਨ ਖੁਸ਼ ਹੋ ਜਾਂਦਾ। ਨਹੀਂ, ਪਟਿਆਲਾ ਸਾਡਾ ਵੀ ਹੈ ਥੋੜ੍ਹਾ ਬਹੁਤਾ, ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਨੇ, ਠੀਕ ਹੈ। ਮਹਾਰਾਜੇ ਨੇ ਆ ਕੇ ਇੱਥੇ ਆਪਣਾ ਮਹਿਲ ਬਣਾ ਲਿਆ, ਸਾਡਾ ਵੀ ਹਿੱਸਾ ਹੈਗਾ ਪਟਿਆਲੇ 'ਚ। ਸਾਡੇ ਬਜ਼ੁਰਗ ਵੀ ਬੜਾ ਗੱਡਿਆਂ 'ਤੇ ਰਾਸ਼ਨ ਲੈ ਕੇ ਆਉਂਦੇ ਰਹੇ ਆ ਇਸ ਸ਼ਹਿਰ ਦੇ ਵਿੱਚ। ਫੁੱਲ ਖਿੜਿਆ ਹੋਵੇ ਤਾਂ ਤਾਂ ਹੀ ਚੰਗਾ ਲੱਗਦਾ ਜੀ। ਸਹੀ ਗੱਲ ਹੈ, ਬਿਲਕੁਲ। ਤੇ ਉਹ ਗਿਣਤੀ ਹੈ ਜੀ ਇੱਥੇ ਤੇ ਜੀ। ਸਾਡੀ ਕੌਮ ਪਾਤਰ ਬੜੀ ਆ। ਤੇ ਤੁਸੀਂ ਵੇਖੋ, ਮੈਂ ਹੁਣੇ ਜੇ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀਗਾ ਜੀ। ਉਹਦੇ ਦਾਦਾ ਜੀ ਸਿਪਾਹੀ ਸੀ, ਫਾਦਰ ਸਾਹਿਬ ਕਰਨਲ ਸੀ, ਤੇ ਆਪ ਜੇ ਸਿੰਘ ਪਹਿਲੇ ਸਿੱਖ ਜਰਨੈਲ ਬਣੇ ਜੀ। ਕਦੇ। ਉਹ ਚਾਹੁੰਦੇ ਨੇ ਕੋਈ ਚੰਗੇ ਗਵਰਨਰ ਲੱਗ ਸਕਦੇ, ਮੈਟਰ ਲੱਗ ਸਕਦੇ, ਹੋਰ ਕਿਤੇ ਜਾ ਸਕਦੇ। ਉਹਨਾਂ ਦੇ ਮਨ 'ਚ ਤੇ ਆਇਆ ਵੀ ਪੰਜਾਬ ਬੜਾ ਡੁੱਬਦਾ ਜਾਂਦਾ, ਮੈਂ ਇਹਦੇ ਬਾਰੇ ਕੋਈ ਕਰਾਂ ਜੀ। ਤੇ ਉਹ ਆਂਦੇ ਵੀ ਜਿਹੜੀ ਪੋਲੀਟੀਸ਼ੀਅਨ 'ਚ ਤੁਸੀਂ ਜਾ ਕੇ ਵੜਨ ਲੱਗੇ, ਇਹ ਤੇ ਕਰਪਟ ਬੜੀ ਆ। ਉਹ ਆਂਦੇ ਇਸੇ ਕਰਕੇ ਮੈਂ ਚੱਲਿਆ ਵੀ ਪੰਜਾਬ ਤੋਂ ਮੈਂ ਦੂਰ ਹੀ ਰਿਹਾ। ਸ਼ਾਇਦ ਮਰੱਟੇ ਰੈਜੀਮੈਂਟ 'ਚ ਭਰਤੀ ਹੋਇਆ ਜੀ। ਮੈਂ ਕਿਹਾ ਵੀ ਚੱਲ ਧਰਤੀ ਨਾਲ ਜੁੜ ਕੇ ਵੇਨੇ ਆਪਣਾ, ਜੇ ਕੋਈ ਮੇਰੀਆਂ ਸਵਾਵਾਂ ਜੇ ਸਰੀਰ ਭੱਜ ਨਸ ਕਰਦਾ ਤੇ ਕੁਝ ਮੈਂ ਇਹਦੇ 'ਚ ਜੀ ਕੋਟਕੂ ਬਣ ਕੇ ਵੇਖਾਂ ਚੰਗਿਆਈ ਜੇ। ਬਿਲਕੁਲ ਬਿਲਕੁਲ। ਏਡੇ ਵੱਡੇ ਜਰਨੈਲ ਨੂੰ ਪਹਿਲਾਂ ਤਾਂ ਅਸੀਂ ਰੋਂਦੇ ਆ ਵੀ ਸਾਡਾ ਸਰਦਾਰ ਕੋਈ ਜਰਨੈਲ ਨਹੀਂ ਲੱਗਦਾ, ਫੇਰ ਰੋਂਦੇ ਆ ਵੀ ਕੋਈ ਚੰਗਾ ਬੰਦਾ ਨਹੀਂ ਲੱਭਦਾ ਪੰਜਾਬ 'ਚ। ਤੇ ਉਹਨੂੰ ਜੋ ਸਾਡੀ ਬਹਾਦਰ, ਸਾਰੀ ਦੁਨੀਆ ਤੇ ਉਹਦੀ ਬਹਾਦਰੀ ਨੂੰ ਮੰਨਦੀ ਆ। ਤੇ ਸਾਡੇ ਪੰਜਾਬੀਆਂ ਨੇ ਜੋ ਉਹਦਾ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਆ। ਬਿਲਕੁਲ ਬਿਲਕੁਲ। ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ ਜਨਰਲ ਜੇ ਸਿੰਘ ਦਾ। ਉਸ ਦੌਰਾਨ ਉਹ ਕਿਤੇ ਜਿਵੇਂ ਪੰਜਾਬੀ ਸੁਭਾਅ 'ਚ ਹੈ, ਮੂੰਹ ਚੜੀ ਹੁੰਦੀ ਹੈ, ਇੱਕ ਨਿੱਕੀ ਜਿਹੀ ਗਾਲ ਕੱਢ ਗਏ। ਉਹ ਹੈ ਤਾਂ ਚਲੋ ਮਾੜਾ। ਅਤੇ ਉਸ ਤੋਂ ਬਾਅਦ ਉਹਨਾਂ ਦਾ ਉਹ ਮੀਮ ਬਣਿਆ ਉਸ ਗਾਲ ਪਿੱਛੇ। ਹਾਲਾਂਕਿ ਇੱਦਾਂ ਦੀਆਂ ਗਾਲਾਂ ਸਾਰੇ ਹੀ ਕੱਢਦੇ ਆ, ਪਰ ਉਹ ਬਹੁਤ ਉਹਨਾਂ ਨੂੰ ਨੁਕਸਾਨ ਜਿਹੜਾ ਝੱਲਣਾ ਪਿਆ। ਇਸੇ ਕਰਕੇ ਬਲ ਸਾਹਿਬ ਅੱਛੇ ਲੋਕ ਸਿਆਸਤ ਤੋਂ ਕਿਨਾਰਾ ਕਸ਼ੀ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਪ੍ਰਗਟ ਸਿੰਘ ਬਲ ਜੀ ਜੁੜੇ ਨੇ। ਐਡਵੋਕੇਟ ਪ੍ਰਦੀਪ ਵਿਰਕ ਸਾਹਿਬ ਸਾਡੇ ਨਾਲ ਜੁੜੇ ਨੇ। ਵਿਰਕ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ। ਵਿਰਕ ਸਾਹਿਬ, ਦੇਖੋ, ਉਮੀਦ ਤਾਂ ਨਹੀਂ ਸੀ ਕਿ ਪਹਿਲੀ ਅਦਾਲਤ 'ਚੋਂ ਹੀ ਆ ਜਿਹੜੀ ਜ਼ਮਾਨਤ ਮਿਲ ਗਈ ਹੈ ਸੁਮੇਧ ਸਿੰਘ ਸੈਣੀ ਨੂੰ ਇਸ ਕੇਸ ਦੇ ਵਿੱਚ। ਅੱਗੇ ਕੀ ਨੁਕਤਾ ਨਿਗਾਹ ਤੁਸੀਂ ਵਕਾਲਤ ਦੇ ਨਜ਼ਰੀਏ ਨਾਲ ਇਸ ਕੇਸ ਦਾ ਵੇਖਦੇ ਹੋ ਜੀ ਵਿਰਕ ਸਾਹਿਬ? ਵੇਖੋ, ਉਮੀਦ ਨਹੀਂ ਸੀ, ਪਰ ਰੱਬ ਦੇ ਵਿੱਚ ਸਾਡੀ ਉਮੀਦ ਅਜੇ ਵੀ ਕਾਇਮ ਹੈ। ਅਸੀਂ 29 ਸਾਲਾਂ ਤੋਂ ਇਹ ਟੱਬਰ ਲੜਦਾ ਆਇਆ ਹੈ। ਜੇ ਤੁਸੀਂ ਮੁਲਤਾਨੀ ਫੈਮਿਲੀ ਦੇਖੋ ਜਾਂ ਬਾਕੀ ਜੀ, ਅਜੇ ਵੀ ਸਾਨੂੰ ਲੜਨਾ ਸਾਨੂੰ ਅਜੇ ਵੀ ਪੈਣਾ ਹੈ। ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਔਰ ਅਸੀਂ ਉਸ ਲਈ ਤਿਆਰ ਵੀ ਹੈਗੇ ਹਾਂ। ਸਭ ਤੋਂ ਇੰਪੋਰਟੈਂਟ ਗੱਲ ਇੱਥੇ ਇੱਕ ਬਹੁਤ ਵੱਡਾ ਫਰਕ ਪੈ ਗਿਆ ਹੈ। ਅੱਜ ਤੁਸੀਂ ਦੇਖੋ ਹਰ ਮੀਡੀਆ ਚੈਨਲ ਤੇ, ਹੁਣ ਤਾਂ ਤੁਸੀਂ ਆਪਣੀ ਚੈਨਲ ਲੈ ਲਓ, ਤੁਹਾਨੂੰ ਵੀ ਵਿਊਅਰਸ ਨੇ ਕਿਤੇ ਫੀਡਬੈਕ ਦਿੱਤਾ ਹੋਣਾ, ਸਾਰਿਆਂ ਦੀਆਂ ਅਰਦਾਸਾਂ ਆ ਰਹੀਆਂ ਕਿ ਇਨਸਾਫ ਹੋਣਾ ਚਾਹੀਦਾ ਟੱਬਰ ਨਾਲ। ਸੁਮੇਧ ਸਿੰਘ ਰਾਜ ਨੇ ਲੋਕੀ ਇਹ ਮਤਲਬ ਜੀ ਜੀ ਬਿਲਕੁਲ ਬਿਲਕੁਲ। ਤੁਸੀਂ ਸੌਰੀ, ਇੱਕ ਵਾਰੀ ਆਪਣੀ ਗੱਲ ਤੁਸੀਂ ਪਲੀਜ਼ ਆਖੋ ਜ਼ਰਾ, ਮੈਂ ਫਿਰ ਉਹਦਾ ਜਵਾਬ ਵੀ ਦੇਵਾਂ। ਮੈਂ ਕਿਹਾ ਵਿਰਕ ਸਾਹਿਬ, ਅਦਾਲਤੀ ਫੈਸਲੇ ਤੋਂ ਲੋਕੀ ਨਾਰਾਜ਼ ਨੇ, ਇਸ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਜੀ। ਸੋ ਇਹਦਾ ਮਤਲਬ ਲੋਕਾਂ ਦੀਆਂ ਅਰਦਾਸਾਂ ਸਾਡੇ ਨਾਲ ਨੇ। ਹੁਣ ਇਹਨੂੰ ਤਾਂ ਸਿਰਫ ਐਂਟੀਸਪੇਟਰੀ ਬੇਲ ਅਲਾਉ ਹੋਈ ਹੈ ਨਾ, ਕੇਸ ਦੀ ਤਫਤੀਸ਼ ਤਾਂ ਨਹੀਂ ਰੁਕੀ। ਰੱਬ ਦੇ ਘਰ ਦੇ ਰਹੇ ਨੇ। ਸਾਨੂੰ ਪੂਰਾ ਵਿਸ਼ਵਾਸ ਹੈ
ਕਿ ਸਾਨੂੰ ਇਨਸਾਫ ਮਿਲੂਗਾ। ਤਫਤੀਸ਼ ਦੇ ਵਿੱਚ ਸੈਣੀ ਦੇ ਜੁਰਮ ਸਾਹਮਣੇ ਆਉਣਗੇ, ਜਿਹੜੇ ਹੋਰ ਲੋਕਾਂ ਦੇ ਨਾਲ ਇਹਨੇ ਧੱਕੇਸ਼ਾਹੀ ਕੀਤੀ ਹੈ ਉਹ ਬਾਹਰ ਆਊਗੀ, ਜਿਹੜੇ ਜ਼ੁਲਮ ਢਾਏ ਹੈ ਉਹ ਲੋਕੀ ਅੱਗੇ ਆਉਣਗੇ ਔਰ ਅਸੀਂ ਇਨਸਾਫ ਦਿਵਾਵਾਂਗੇ ਉਹਨਾਂ ਸਾਰਿਆਂ ਨੂੰ। ਇਸ ਟੱਬਰ ਨੂੰ ਵੀ ਇਨਸਾਫ ਮਿਲੂਗਾ, ਬਾਕੀਆਂ ਨੂੰ ਵੀ ਮਿਲੇਗਾ ਔਰ ਸੁਮੇਧ ਸੈਣੀ ਨੂੰ ਉਹਦੇ ਪਾਪਾ ਦੀ ਸਜ਼ਾ ਮਿਲੂਗੀ। ਸਾਨੂੰ ਪੂਰੀ ਉਮੀਦ ਹੈ ਇਸ ਚੀਜ਼ ਦੀ। ਅਜੇ ਸਿਰਫ ਐਂਟੀਸਪੇਟਰੀ ਬੇਲ ਅਲਾਓ ਹੋਈ ਹੈ, ਅਜੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਕੇਸ ਦੀ, ਹੋਰ ਗਵਾਹ ਵੀ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਸਾਨੂੰ ਪੂਰੀ ਉਮੀਦ ਹੈ ਕਿ ਸਾਰਾ ਠੀਕ ਰਹੂਗਾ। ਮਿਹਰਬਾਨੀ ਪ੍ਰਦੀਪ ਵਿਰਕ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਵਿਚਾਰ ਪ੍ਰਗਟ ਕੀਤੇ, ਧੰਨਵਾਦ। ਸੋ ਸਾਹਿਬ ਪ੍ਰਦੀਪ ਸਿੰਘ ਵਿਰਕ ਇਸ ਕੇਸ ਦੇ ਵਕੀਲ ਆਪਣੇ ਨਾਲ ਜੁੜੇ ਸੀਗੇ। ਜਗਤਾਰ ਸਿੰਘ ਬਾਈ ਜੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਬਲਜੀਤ ਬਲ ਬਾਈ ਜੀ ਧੰਨਵਾਦ, ਹਰਪਿੰਦਰ ਸਿੰਘ ਸੰਧੂ ਸਾਹਿਬ ਆੜਤੀਏ ਨੇ, ਸਹਿਤ ਦੇ ਰਸੀਏ ਨੇ, ਕਿਤਾਬਾਂ ਵੰਡਦੇ ਨੇ ਫਿਰੋਜ਼ਪੁਰ ਜ਼ੀਰਾ ਹਲਕੇ ਦੇ ਵਿੱਚ, ਬਹੁਤ ਬਹੁਤ ਧੰਨਵਾਦ। ਜੱਸੀ ਤੋਲਵਾਲਾ ਹਾਂਗਕਾਂਗ ਤੋਂ, ਬਾਈ ਜੀ ਰਾਮ ਬਾਬਾ ਮਾਣੂਕੇ, ਗੁਰਾਦੱਤਾ ਸਿੰਘ ਗਿੱਲ ਸਾਹਿਬ ਥੈਂਕ ਯੂ। ਬਲਜੀਤ ਬਲ ਕਹਿੰਦੇ ਜੀ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ, ਹੁਣ ਲੱਗਦਾ ਕੰਨਾਂ ਤੋਂ ਵੀ ਸੁਣਨਾ ਬੰਦ ਹੋ ਗਿਆ, ਜਿਸ ਕਾਰਨ ਅੱਜ ਕਿਸੇ ਤਰ੍ਹਾਂ ਦੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਬਾਕੀ ਪੰਚਾਇਤੀ ਜ਼ਮੀਨਾਂ ਤੇ ਕੌਥੀ ਲੀਡਰਾਂ ਦੇ ਚਮਚਿਆਂ ਦੇ ਕਬਜ਼ੇ ਹੋਣਗੇ ਤੇ ਜ਼ਮੀਨਾਂ ਘੱਟੇ ਕੌਡੀਆਂ ਦੇ ਭਾਅ ਜਾਣਗੀਆਂ। ਬਿਲਕੁਲ ਬਿਲਕੁਲ, ਮੈਂ ਕੱਲ੍ਹ ਸਵੇਰੇ ਵੀ ਸੁਣਾਇਆ ਸੀਗਾ ਅਦਾਲਤੀ ਦੁਨੀਆ 'ਤੇ ਜੋ ਇੱਕ ਚੁਬਰਗ ਹੈ, ਇੱਕ ਬੋਲੀ ਹੈ, ਨਾਮਧਾਰੀ ਲਿਟਰੇਚਰ 'ਚ ਆਉਂਦੀ ਹੈ ਕਿ ਨਾ ਤਾਂ ਮੇਰੀ ਲਈ ਗਵਾਈ ਨਾ ਕੋਈ ਬਾਤ ਪਛਾਣੀ, ਅੱਖੋਂ ਅੰਨੀ ਦਿਸੇ ਕੰਨੋਂ ਬੋਲੀ ਦਿਸੇ ਅਦਾਲਤ, ਅੱਖੋਂ ਵੀ ਹੈ ਕਾਣੀ, ਸੱਚ ਫੈਸਲੇ ਕਿਵੇਂ ਕਰੇ ਜਿਨ੍ਹਾਂ ਵੱਡੀ ਹੋਵੇ ਖਾਣੀ, ਨਰਕਾਂ 'ਚ ਪਏ ਜਿੰਦੜੀ ਮਿਲੇ ਨਾ ਤਿਹਾਏ ਨੂੰ ਪਾਣੀ। ਇਹ ਤਾਂ ਫੋਕਲੋਰ ਦਾ ਹਿੱਸਾ ਹੈ। ਸੁਰਜੀਤ ਪਾਤਰ ਨੂੰ ਵੀ ਲਿਖਣਾ ਪਿਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਉਹਨਾਂ ਨੂੰ ਉਜੜੇ ਕਰੀ ਜਾਣ, ਹੋਣ ਆਖਰ ਕਦੋਂ ਤੱਕ ਇੱਥੇ ਖੜੇ ਰਹੇ। ਪਰ ਜੇ ਕੋਸ਼ਿਸ਼ਾਂ ਕੀਤੀਆਂ ਜਾਣ, ਕਿਰਪਾਲ ਸਿੰਘ ਰੰਧਾਵਾ ਜਿਹੜਾ ਕਿ ਵਕੀਲ ਗਵਾਹ ਸੀਗਾ ਜਸਵੰਤ ਸਿੰਘ ਖਾਲੜਾ ਕੇਸ ਦਾ, ਮੈਂ ਤਾਂ ਇਹ ਮੁੜ ਰਿਪੀਟ ਕਰਦਾ ਕਿ ਜਿਸ ਤਰ੍ਹਾਂ ਕਿਰਪਾਲ ਸਿੰਘ ਰੰਧਾਵਾ 'ਤੇ ਉਸ ਵਕਤ ਪੁਲਿਸੀਆ ਕੇਸ ਬੰਨ੍ਹਿਆ ਗਿਆ, ਉਸ ਨੂੰ ਨਜਾਇਜ਼ ਝੂਠੇ ਬਲਾਤਕਾਰ ਦੇ ਕੇਸ ਦੇ ਵਿੱਚ ਇੱਕ ਬੀਬੀ ਦੁਆਰਾ ਫਸਾਇਆ ਗਿਆ, ਉਸ ਬੀਬੀ ਸਮੇਤ 2 IG ਸਮੇਤ ਉੱਚ ਪੁਲਿਸ ਅਧਿਕਾਰੀਆਂ ਸਮੇਤ 7 ਲੋਕਾਂ ਨੂੰ 7-7 ਲੱਖ ਰੁਪਏ ਜੁਰਮਾਨਾ ਮਾਨਹਾਨੀ ਦਾ ਭਰਨਾ ਪੈਣਾ। ਉਹ ਕੇਸ ਅਦਾਲਤ 'ਚ ਭਾਵੇਂ 50 ਲੱਖ ਰੁਪਇਆ ਉਹ ਜੁਰਮਾਨਾ ਪੈਣਾ। ਇਸ ਕਰਕੇ ਇਸ ਤਰ੍ਹਾਂ ਦੇ ਕੇਸ ਲੜਨੇ ਚਾਹੀਦੇ ਨੇ। ਅਕਾਲੀ ਦਲ ਦੇ ਸਾਬਕਾ MLA ਸਰਹੰਦ ਤੋਂ ਸਰਦਾਰ ਦਦਾਰ ਸਿੰਘ ਭੱਟੀ ਜਿਨ੍ਹਾਂ ਦਾ ਇਹ ਇਲਾਕਾ ਹੈ, ਉਹ ਇਸ ਵਕਤ ਜੁੜੇ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ। ਅੱਛਾ ਭੱਟੀ ਸਾਹਿਬ ਇਹ ਦੱਸੋ, ਜਿਹੜਾ ਵਜ਼ੀਰਾਬਾਦ ਦਾ ਕੇਸ ਹੈ, ਮੈਂ ਜ਼ਿਆਦਾ ਸਵਾਲ ਨਹੀਂ ਕਰਾਂਗਾ, ਵਜ਼ੀਰਾਬਾਦ ਜ਼ਮੀਨ ਦਾ ਕੇਸ ਹੈ, 130 ਏਕੜ ਜ਼ਮੀਨ ਹੈ, ਕੌਡੀਆਂ ਦੇ ਭਾਅ ਲਈ ਜਾ ਰਹੀ ਹੈ, ਜਾਲੀ ਸਾਈਨ ਕੀਤੇ ਜਾ ਰਹੇ ਨੇ ਪੰਚਾਇਤ ਮੈਂਬਰਾਂ ਦੇ, ਕੀ ਕਹਿਣਾ ਚਾਹੋਗੇ ਸਰ ਇਸ ਕੇਸ ਬਾਰੇ? ਇਹ ਬਿਲਕੁਲ ਸਹੀ, ਜਿਹੜੇ ਇੱਥੋਂ ਦੇ ਹੈਗੇ ਆ ਨਾ ਜੀ ਹਾਕਮ ਅੱਜ ਦੇ ਮੌਜੂਦਾ ਜੀ, ਇਹ ਤੇ ਸਰਕਾਰ ਦੇ ਜਿਹੜੇ ਬੈਠੇ ਬੰਦੇ ਆ ਉਹ ਰਲ ਕੇ ਘਪਲਾ ਕਰ ਰਹੇ ਆ। ਨਾ ਤਾਂ ਪੰਚਾਇਤ ਦੇ ਮੈਂਬਰਾਂ ਦੇ ਦਸਤਖਤ ਕਰਾਏ, ਨਾ ਹੀ ਇੱਕ ਮਤਾ ਪੈਂਦਾ ਜਿਹੜਾ ਜਨਰਲ ਇਜਲਾਸ ਦੇ ਵਿੱਚ ਪੈਂਦਾ ਉਹਦਾ ਆਮ ਇਜਲਾਸ 'ਚ। ਇਹ ਜਿਹੜੀ ਕੋਈ ਵੱਡਾ ਫੈਸਲਾ ਹੋਵੇ ਆਮ ਇਜਲਾਸ ਸੱਦਣਾ ਪੈਂਦਾ। ਬਿਲਕੁਲ। ਹੈਲੋ, ਹਾਂਜੀ ਹਾਂਜੀ, ਆਪਣੀ ਗੱਲ ਜਾਰੀ ਰੱਖੋ ਸਰ ਤੁਸੀਂ। ਅਜੇ ਇੱਕ ਆਮ ਇਜਲਾਸ 'ਚ ਮਤਾ ਪੈਂਦਾ ਹੁਣ ਜੀ, ਉਹ ਵੀ ਨਹੀਂ ਪਵਾਇਆ। ਤੇ ਨਰੇਗਾ ਵਾਲੀ ਜਿਹੜੀ ਹੈਗੀ ਆ ਲੇਬਰ, ਉਹਦੇ ਦਸਤਖਤ ਕਰਾ ਕੇ ਉਹਨਾਂ ਨੂੰ ਵੀ ਮੰਨ ਲਿਆ ਕਿ ਉਹਨਾਂ ਨੂੰ ਕਹਿਤਾ ਤੁਹਾਡੇ ਪੈਸੇ ਕਢਾਉਣੇ ਆ ਤੇ ਉਹਨੂੰ ਮਤਾ ਬਣਾ ਲਿਆ। ਇਹ ਜਮਾ ਹੀ ਸਾਜੀ ਆ ਜੀ, ਬਿਲਕੁਲ ਕੋਈ ਕੀਮਤ ਨਹੀਂ, ਕੋਈ ਗੱਲ ਨਹੀਂ, ਕੋਈ ਪਿੰਡ ਵਾਲਿਆਂ ਨੂੰ ਇਲਮ ਨਹੀਂ ਹੈ। ਇਹ ਬਿਲਕੁਲ ਗਲਤ ਗੱਲ ਆ, ਜਿਹੜੀ ਕਿ ਹਿੱਸੇ ਪੱਤੀ ਜੋ ਸਿਸਟਮ ਹੈਗਾ ਉਹਦੇ ਵਿੱਚ ਬੰਦਿਆਂ ਨੇ ਕੀਤਾ, ਬੜੀ ਮਾੜੀ ਗੱਲ ਆ। ਅਸੀਂ ਤਾਂ ਵਿਰੋਧ ਕਰ ਰਹੇ ਆ, ਪਿੰਡ ਵਾਲਿਆਂ ਦੇ ਨਾਲ ਆ। ਤੇ ਉਹ ਕੁਛ ਗਰੀਬ ਬੰਦੇ ਉਹਨੂੰ ਵਾਹੁੰਦੇ ਆ, ਕੁਛ ਛੋਟੇ ਜ਼ਿਮੀਂਦਾਰ ਉਹਨੂੰ ਵਾਹੁੰਦੇ ਆ ਜ਼ਮੀਨ ਨੂੰ, ਉਹਨਾਂ ਨੂੰ ਦਾ ਵੀ ਬੜਾ ਨੁਕਸਾਨ ਹੈ ਜੀ। ਅੱਛਾ, ਰਾਜਕੁਮਾਰ ਵੇਰਕਾ ਨਾਲ ਸਾਡੇ ਚੈਨਲ ਦੀ ਗੱਲ ਹੋਈ ਸੀ ਭੱਟੀ ਸਾਹਿਬ, ਤੇ ਰਾਜਕੁਮਾਰ ਵੇਰਕਾ ਕਹਿੰਦੇ ਕੁਛ ਜਿਹੜੇ ਵਿਰੋਧੀ ਧਿਰਾਂ ਨੇ ਉਹ ਉਕਸਾਉਂਦੇ ਆ, ਕਹਿੰਦੇ ਅਸੀਂ ਤਾਂ ਪਰਚੇ ਕਰਾਂਗੇ, ਕਹਿੰਦੇ ਉਹਨਾਂ ਲੋਕਾਂ ਤੇ ਜੋ ਜ਼ਮੀਨ ਐਕਵਾਇਰ ਕਰਨ ਤੋਂ ਰੋਕਣਗੇ। ਮਤਲਬ ਹੁਣ ਇਹਦੇ ਖਿਲਾਫ ਤੁਸੀਂ ਸੜਕਾਂ ਤੇ ਉਤਰੋਗੇ ਜਾਂ ਨਹੀਂ? ਦੇਖੋ ਜੀ, ਜੋ ਵੀ ਦੇਖੋ ਗੱਲ ਸੁਣੋ, ਜਿਹੜੀ ਸੱਚ ਦੀ ਆਵਾਜ਼ ਆ ਉਹਦੀ ਸਪੋਰਟ ਕਰਨ ਵਾਸਤੇ ਅਸੀਂ ਜੋ ਕੁਛ ਵੀ ਸਾਨੂੰ ਕਰਨਾ ਪਿਆ ਉਹੀ ਕੁਛ ਕਰਾਂਗੇ ਜੀ।
ਨਾ ਪਰਚੇ ਦਾ ਕੋਈ ਫਰਕ ਆ, ਨਾ ਕਿਸੇ ਹੋਰ ਗੱਲ ਦਾ। ਪਰਚੇ ਕਿਹੜਾ ਪਹਿਲੀ ਵਾਰ ਹੋਣੇ ਨੇ। ਉਹਨਾਂ ਦੀ ਤਾਂ ਜਦੋਂ ਇਸ ਤਰ੍ਹਾਂ ਭੱਟੀ ਸਾਹਿਬ ਇਸ ਤਰ੍ਹਾਂ ਜਦੋਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਕਿ ਪੋਲੀਟੀਕਲ ਸਿਸਟਮ ਨਾਲ ਜੁੜੇ ਲੋਕਾਂ ਦੀ ਕੋਈ ਮਤਲਬ ਹਿੱਸੇਦਾਰੀ ਜਾਂ ਮਤਲਬ ਮੁਫਤ ਰੇਟ 'ਚ ਜੇ ਸਸਤੇ ਰੇਟ 'ਚ ਜ਼ਮੀਨ ਕਿਸੇ ਇੰਡਸਟਰੀਅਲ ਵਾਲੇ ਨੂੰ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹਦੇ 'ਚ ਕੋਈ ਹੇਰ ਫੇਰ ਹੈ ਜਾਂ ਇੰਨਾ ਰੇਟ ਘੱਟ ਕਿਉਂਕਿ ਕੋਈ ਕਰੋੜ ਰੁਪਈਆ ਰੇਟ ਹੈ ਜ਼ਮੀਨ ਦਾ, ਉੱਥੇ ਇੰਡਸਟਰੀਅਲ ਜ਼ਮੀਨ ਹੈ ਤੇ ਉਹ 11 ਲੱਖ ਨੂੰ ਮਤਲਬ ਕੌਡੀਆਂ ਦੇ ਭਾਅ ਦਿੱਤੀ ਜਾ ਰਹੀ ਹੈ। ਨਹੀਂ ਜੀ 11 ਲੱਖ ਤੱਕ ਉਹਦਾ ਕੋਈ ਠੇਕਾ ਹੀ ਹੁਣ ਤਾਂ ਤੁਹਾਨੂੰ ਪਤਾ 50,000 ਤਾਂ ਠੇਕਾ ਜ਼ਮੀਨ ਦਾ ਪਰ ਈਅਰ। ਹਾਂ ਦੱਸੋ 50,000 ਠੇਕਾ ਹੈ। 50,000 ਰੁਪਏ ਠੇਕਾ ਜੀ। ਤੇ ਉਹ ਤਾਂ ਬਹੁਤ ਕਰੋੜ ਤੋਂ ਵੀ ਉੱਤੇ ਦਾ ਜੀ ਭਾਅ ਹੈ ਉਹਦਾ ਜੇ ਆਪਾਂ ਉੱਦਾਂ ਲਾਈਏ। ਤੇ ਜੀ ਇਹ ਤਾਂ ਬਿਲਕੁਲ ਹੀ ਉਹ ਹਿੱਸੇਦਾਰੀ ਵਾਲੀ ਗੱਲ ਕੁਛ ਕਹਿ ਲਓ ਜਿਹਨੂੰ ਬਿਲਕੁਲ ਸਹੀ ਹੈ ਜੋ ਤੁਸੀਂ ਫਰਮਾਇਆ। ਮਿਹਰਬਾਨੀ ਭੱਟੀ ਸਾਹਿਬ, ਕੁਝ ਹੋਰ ਕਹਿਣਾ ਚਾਹੁੰਦੇ ਹੋ ਇਸ ਕੇਸ ਬਾਰੇ? ਕੋਈ ਮਤਲਬ ਲੋਕਡਾਊਨ ਕਰਕੇ ਤੁਸੀਂ ਕਰ ਨਹੀਂ ਲਾ ਰਹੇ ਧਰਨੇ ਵਗੈਰਾ ਜਾਂ ਇਸ ਕੇਸ ਤੇ ਮਤਲਬ ਜੇ ਅਦਾਲਤ ਦੇ ਵਿੱਚ ਵੀ ਕੇਸ ਹੈ? ਜੀ ਦੇਖੋ ਅਸੀਂ ਸਾਡੀ ਪੂਰੀ ਸਪੋਰਟ ਆ ਹਰ ਤਰੀਕੇ ਦੇ ਨਾਲ ਤੇ ਜਿਹੜੇ ਬੰਦਿਆਂ ਦਾ ਇੰਟਰਸਟ ਆ ਅਸੀਂ ਉਹਨਾਂ ਦਾ ਇੰਟਰਸਟ ਬਾਤ ਕਰ ਰਹੇ ਆ, ਉਹਨਾਂ ਨੂੰ ਪੂਰੀ ਸਪੋਰਟ ਆ ਹਰ ਗੱਲ ਦੇ ਉੱਤੇ ਅਸੀਂ ਹਾਜ਼ਰ ਆ ਤੇ ਕਰਾਂਗੇ। ਏਦਾਂ ਗਲਤ ਕੰਮ ਅਸੀਂ ਨਹੀਂ ਹੋਣ ਦਿਆਂਗੇ। ਤੇ ਬਾਕੀ ਇਹ ਆ ਵੀ ਇਹ ਕੁਛ ਮਜਬੂਰੀਆਂ ਹੈਗੀਆਂ ਨੇ, ਇਹ ਵੀ ਕੋਈ ਨਹੀਂ ਅਸੀਂ ਇਹ ਮੌਜੂਦਾ ਹਾਲਾਤ 'ਚ ਵੀ ਜੋ ਵੀ ਹੈਗਾ ਉਹਨਾਂ ਦੀ ਸਪੋਰਟ ਕਰ ਰਹੇ ਆ। ਔਰ ਅਸੀਂ ਜਦੋਂ ਤੱਕ ਉਹਨੂੰ ਸਹੀ ਮੁੱਲ ਨਹੀਂ ਮਿਲ ਜਾਂਦਾ ਜਾਂ ਕੋਈ ਸਹੀ ਹਿਸਾਬ ਨਹੀਂ ਬਣ ਜਾਂਦਾ ਜਿਹੜਾ ਕੀ ਹੋਣਾ ਚਾਹੀਦਾ ਉਦੋਂ ਤੱਕ ਸਾਡੀ ਲੜਾਈ ਜਾਰੀ ਹੈ। ਮਿਹਰਬਾਨੀ ਸਾਹਿਬ ਦਿਦਾਰ ਸਿੰਘ ਭੱਟੀ ਸਾਹਿਬ, ਤੁਹਾਡਾ ਧੰਨਵਾਦ। ਬਿਲਕੁਲ ਦੇਖੋ 50-55 ਲੱਖ ਮਿਹਰਬਾਨੀ ਜੀ 50-55 ਲੱਖ ਠੇਕਾ ਤੇ 11 ਲੱਖ ਰੁਪਏ ਦੇ ਵਿੱਚੋਂ ਟੋਟਲ ਜ਼ਮੀਨ ਹੈ ਜਿਹੜੀ ਦੱਬੀ ਜਾ ਰਹੀ ਹੈ। ਠੀਕ ਹੈ ਇੰਡਸਟਰੀ ਤੁਸੀਂ ਲੈ ਕੇ ਆਓ, ਇੰਡਸਟਰੀ ਬਿਨਾਂ ਨਹੀਂ ਸਰਦਾ, ਪਰ ਉਹਦਾ ਕੋਈ ਬਦਲ ਹੋਵੇ। ਇਹ ਥੋੜ੍ਹਾ ਕਿ ਖੇਤੀਬਾੜੀ ਵਾਲੀ ਜ਼ਮੀਨ ਕਰੋੜਾਂ ਦੀ ਜ਼ਮੀਨ ਤੁਸੀਂ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿਓ। ਇਹ ਤਾਂ ਮਤਲਬ ਸਿੱਧੀ ਆਪਣਿਆਂ ਨੂੰ ਲੁਟਾਉਣ ਵਾਲੀ ਹਿੱਸੇਦਾਰੀਆਂ ਨੇ। ਕਿਉਂਕਿ ਹੁਣ ਕਰਨ ਅਵਤਾਰ ਸਿੰਘ ਦੇ ਬੇਟੇ ਹਰਮਨ ਦਾ ਜਿਹੜਾ ਮਾਮਲਾ ਸੀ ਕਿ ਪੰਜਾਬ ਦੇ ਵਿੱਚ ਸ਼ਰਾਬ ਬੰਦ ਕੀਤੀ ਹੋਈ ਹੈ, 2000 ਕਰੋੜ ਦੀ ਸ਼ਰਾਬ ਹੈ ਜਿਹੜੀ ਉਹ ਬਲੈਕ 'ਚ ਵੇਚੀ ਗਈ ਹੈ। ਰਾਣਾ ਗੁਰਜੀਤ ਹੋਰਾਂ ਦਾ ਵਿੱਚ ਇਸ ਦੇ ਵਿੱਚ ਨਾਂ ਰਾਜਾ ਵੜਿੰਗ ਨਾਂ ਲੈ ਰਿਹਾ। ਸੋ ਇਸ ਕਰਕੇ ਮਤਲਬ ਲੁੱਟਿਆ ਜਾ ਰਿਹਾ ਪੰਜਾਬ ਨੂੰ ਚਾਰੇ ਪਾਸੋਂ। ਉਧਰ ਮਹਿੰਗੀ ਸ਼ਰਾਬ 'ਚ ਲੋਕਾਂ ਨੂੰ ਲੁੱਟਿਆ ਜਾ ਰਿਹਾ, ਬਿਲਕੁਲ ਮਾੜੀ ਸਬ ਸਟੈਂਡਰਡ ਦਾਰੂ ਹੈ ਜਿਹੜੀ ਵੇਚੀ ਜਾ ਰਹੀ ਹੈ। ਸੋ ਕੋਸ਼ਿਸ਼ ਤਾਂ ਸੀ ਕਿ ਰਾਜਕੁਮਾਰ ਵੇਰਕਾ ਹੋਰਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ। ਉਹਨਾਂ ਨੇ ਵੀ ਪਿਛਲੇ ਦਿਨ ਅਸੀਂ ਗੱਲਬਾਤ ਕੀਤੀ ਸੀ, ਕਹਿੰਦੇ ਅਸੀਂ ਤੇ ਪਰਚੇ ਕਰਾਂਗੇ ਜੀ ਜਿਹੜਾ ਵਿਰੋਧ ਕਰੇਗਾ। ਇਸ ਦੌਰਾਨ ਜਿਹੜਾ ਮੋਦੀ ਸਰਕਾਰ ਵੱਲੋਂ ਕੁਝ ਪੈਕੇਜਾਂ ਦਾ ਐਲਾਨ ਕੀਤਾ ਗਿਆ, ਜਿਸ ਤਰ੍ਹਾਂ 14 ਸੂਬਿਆਂ ਨੂੰ 6195 ਕਰੋੜ ਰੁਪਏ ਫੰਡ ਦਿੱਤਾ ਜਾਣਾ। ਸੋ ਪੰਜਾਬ ਦੇ ਹਿੱਸੇ ਜੇ ਦੇਖਿਆ ਜਾਵੇ ਇਹਦੇ ਵਿੱਚ ਪੰਜਾਬ ਨੂੰ ਜਿਹੜੇ ਮਿਲਣੇ ਨੇ ਇਸ 6195 ਕਰੋੜ ਦੇ ਵਿੱਚੋਂ ਉਹ ਰਾਸ਼ੀ ਜਿਹੜੀ ਹੈ ਤਕਰੀਬਨ ਕਾਫੀ ਨਿਗੁਣੀ ਹੈ ਦੂਜੇ ਸੂਬਿਆਂ ਦੇ ਮੁਕਾਬਲਤਨ। ਤੇ ਪੰਜਾਬ ਨੂੰ 62,825 ਲੱਖ ਰੁਪਏ ਮਿਲਣੇ ਨੇ, ਜਦੋਂ ਕਿ ਆਂਧਰਾ ਪ੍ਰਦੇਸ਼ ਨੂੰ 49,141, ਹਿਮਾਚਲ ਪ੍ਰਦੇਸ਼ ਨੂੰ ਰਾਸ਼ੀ ਇਸ ਤੋਂ ਕਾਫੀ ਹੈ 95,298। ਹਾਲਾਂਕਿ ਹਿਮਾਚਲ ਦੇ ਵਿੱਚ ਨੁਕਸਾਨ ਪੰਜਾਬ ਦੇ ਨਾਲੋਂ ਕਾਫੀ ਘੱਟ ਹੈ। ਤੇ ਕੇਰਲਾ ਨੂੰ 1,27,691 ਲੱਖ ਰੁਪਏ ਮਿਲਣੇ ਨੇ। ਆਪ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੁੰਦੇ ਹੋ ਭਾਜੀ? ਮੈਂ ਤੁਹਾਡੀ ਕੱਲ ਦੀ ਵੀਡੀਓ ਦੇਖੀ ਸੀ, ਮੈਂ ਉਹਦੇ ਬਾਰੇ ਕਮੈਂਟ ਕਰਨਾ ਚਾਹੁੰਦਾ ਸੀਗਾ। ਦੱਸੋ ਜੀ ਕਿਹੜੀ ਵੀਡੀਓ? ਪਰਮਿੰਦਰ ਸਿੰਘ ਬਰਿਆਣੇ ਬਾਰੇ। ਨਹੀਂ, ਕਿਹੜੀ ਵੀਡੀਓ ਕਾਹਦੇ ਬਾਰੇ ਕਮੈਂਟ ਕਰਨਾ ਚਾਹੁੰਦੇ ਹੋ? ਕਿਉਂਕਿ ਭਾਜੀ ਉਹ ਨਹੀਂ ਸਮੇਤ ਸਿੰਘ ਸੈਣੀ ਦਾ ਪੱਖ ਲਿਆ, ਕਹਿੰਦਾ ਕਾਂਗਰਸ ਉਹਦੀ ਪੱਖ ਕਰਦੀ ਆ। ਤੁਹਾਨੂੰ ਰਿਐਲਿਟੀ ਨਹੀਂ ਪਤਾ ਫਿਰ। ਨਹੀਂ ਨਹੀਂ ਸਮੇਤ ਸਿੰਘ ਸੈਣੀ ਦੀ ਕਾਂਗਰਸ ਮਤਲਬ ਸਪੋਰਟ ਕਰਦੀ ਹੈ ਜਾਂ ਮਤਲਬ ਮੈਂ ਸਮਝਿਆ ਨਹੀਂ ਗੱਲ। ਕਿ ਉਹ ਤੇ ਪਰਸੋਂ ਇੰਟਰਵਿਊ ਕੀਤੀ ਸੀ ਭਾਜੀ। ਆਪਾਂ ਕਿੱਥੋਂ ਬੋਲ ਰਹੇ ਤੁਸੀਂ? ਉਹ ਭਾਜੀ ਮੈਂ ਆਸਟ੍ਰੇਲੀਆ ਤੋਂ ਬੋਲ। ਹੈਲੋ ਹਾਂਜੀ ਮੈਂ ਆਸਟ੍ਰੇਲੀਆ ਤੋਂ ਬੋਲ। ਕੀ ਨਾਂ ਤੁਹਾਡਾ? ਕੀ ਨਾਂ ਤੁਹਾਡਾ ਜੀ? ਪਰਮਜੀਤ ਸਿੰਘ। ਪਰਮਜੀਤ ਸਿੰਘ। ਹਾਂਜੀ ਹਾਂਜੀ। ਉਹ ਸੈਣੀ ਕੇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂ ਹਾਂ ਪਰਮਜੀਤ ਜੀ ਗੱਲ ਕਰੋ ਪਲੀਜ਼। ਇਸ ਬਾਰੇ ਇਹ ਕਹਿਣਾ ਚਾਹੁੰਦਾ ਭਾਜੀ ਵੀ ਬਰਿਆਣਾ ਕਹਿੰਦਾ ਸੀ ਨਾ
ਵੀ ਉਹ ਕਾਂਗਰਸ ਗਵਰਨਮੈਂਟ ਕਰਦੀ ਆ। ਵੀਰ ਜੀ ਤੁਹਾਨੂੰ ਇਹ ਨਹੀਂ ਪਤਾ ਹਰਿਆਣਾ ਆਪ ਫਸਿਆ ਹੁੰਦਾ ਸੀ ਉਦੋਂ ਜਦੋਂ ਸੈਣੀ ਚੜਾਇਆ, ਸਮਝ ਗਏ? ਨਹੀਂ ਉਹ ਤਾਂ ਦੇਖੋ ਚਲੋ ਉਹ ਤੇ ਪਰਸਨਲ ਗੱਲਾਂ ਤਾਂ ਮੇਰੇ ਖਿਆਲ ਆਪਾਂ ਨਾ ਕਰੀਏ ਪਰਮਜੀਤ ਜੀ। ਹੈਲੋ 97 ਦੀ 98 ਦੀਆਂ ਗੱਲਾਂ ਇਹ। ਹਾਂਜੀ ਤੇ ਇਹਨਾਂ ਅੱਖਾਂ ਮੀਟ ਕੇ ਕਿਸੇ ਏਦਾਂ ਨਹੀਂ ਵੀ ਪੱਤਰਕਾਰ ਬਣ ਗਿਆ ਤੇ ਵੀ ਉਹ ਬੰਦਾ ਕਹੂਗਾ ਵੀ ਮੈਂ ਉਹ ਬੰਦਾ ਸਹੀ। ਚਲੋ ਪਰਸਨਲ ਤਾਂ ਇਸ ਤੇ ਆਪਣਾ ਤਾਂ ਜਰਨਲਿਜ਼ਮ ਨਾਲ ਸੰਬੰਧਿਤ ਜੇ ਤੁਸੀਂ ਗੱਲ ਇੱਥੇ ਕੀਤੀ ਜਾਂਦੀ ਹੈ, ਜੇ ਜਰਨਲਿਜ਼ਮ ਨਾਲ ਸੰਬੰਧਿਤ ਕੋਈ ਗੱਲ ਹੈ ਤੁਸੀਂ ਕਰ ਸਕਦੇ ਹੋ। ਪਰਸਨਲ ਗੱਲ ਜਿਹੜੀ ਹੈ ਤੁਸੀਂ ਕਿਸੇ ਦੀ ਲਾਈਫ ਬਾਰੇ ਉਹ ਨਿੱਜੀ ਹੋ ਸਕਦੀ ਹੈ। ਹੈਲੋ ਪਰਮਜੀਤ ਜੀ, ਸ਼ਾਇਦ ਕੋਈ ਨਹੀਂ, ਤੁਸੀਂ ਮੈਨੂੰ ਕਦੇ ਵੀ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਪਰਮਜੀਤ ਜੀ ਕੁਝ ਕਹਿਣਾ ਚਾਹੁੰਦੇ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹੋ। ਮਾਫੀ ਚਾਹੁੰਦੇ ਇਸ ਵਕਤ ਜਿਹੜਾ ਪ੍ਰੋਗਰਾਮ ਸਮਾਪਤੀ ਵੱਲੋਂ ਹੈ। ਬਹੁਤ ਸਾਰੇ ਕਮੈਂਟਸ ਸੀ ਮੈਂ ਪੜ੍ਹ ਨਹੀਂ ਸਕਾਂਗਾ। ਹੈਪੀ ਮੰਗਟ, ਅਮਰਜੀਤ ਘੱਗਾ ਬਾਈ ਜੀ ਅਤੇ ਹੋਰ ਬਹੁਤ ਸਾਰੇ ਸੱਜਣਾਂ ਦੇ ਕਮੈਂਟ ਆਏ ਨੇ। ਸੋ ਆਪ ਸਾਰਿਆਂ ਦਾ ਦਿਲੋਂ ਧੰਨਵਾਦ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਗਲੋਬਲ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਸਵੇਰੇ ਫਿਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਜੁੜਾਂਗੇ। ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਆਪ ਜੀ ਦਾ ਸਵਾਗਤ ਰਹੇਗਾ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਵੇਖ ਸਕਦੇ ਹੋ, ਜਾਂ ਸਾਡੇ YouTube ਪ੍ਰੋਗਰਾਮ ਨੇ ਜਿਹੜੇ ਹੋਣਾ ਉਹ ਗਲੋਬਲ ਪੰਜਾਬ ਪ੍ਰੀਮੀਅਮ 'ਤੇ ਆਪ ਜੀ ਨੂੰ ਮਿਲਣਗੇ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆ ਗਿਆ। ਸਤਿ ਸ਼੍ਰੀ ਅਕਾਲ, ਸ਼ਬਾ ਖੈਰ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।